डस्का में दिल दहला देने वाला वाकया। चौथी क्लास की कमसिन तालिबा को दो ओबाश लड़कों ने ज्यादती का निशाना बना डाला। ਹਾਲਾ ਘਰ ਜਾ ਰਹੀ ਸੀ ਨਾ ਟਿਊਸ਼ਨ ਪੜ੍ਹ ਕੇ ਘਰੋਂ 20 ਰੁਪਏ ਲੈ ਕੇ ਅੱਗੇ ਦੁਕਾਨ ਆਈ ਉੱਥੇ ਚੀਜ਼ ਲੈਣ ਵੜੀ ਉਹਨਾਂ ਨੇ ਸ਼ਟਰ ਸੁੱਟ ਕੇ ਨਾਲ ਦੂਸਰੇ ਯਾਰ ਨੂੰ ਬੁਲਾ ਲਿਆ। नाजरीन, एक अफसोसनाक वाकया पेश आता है तहसील डस्का के एक गांव पीरोचक में। इस वक्त मैं उसी घर में मौजूद हूं जिस घर में एक 12 साला जो है वो चहारम क्लास की एक तालिबा के साथ ज्यादती होती है। उनके घर इस वक्त मैं मौजूद हूं, उस बच्ची की वालिदा हमारे साथ मौजूद है, उनसे बात करते हैं। जी ਹਾਲਾ ਘਰ ਜਾ ਰਹੀ ਸੀ ਨਾ ਟਿਊਸ਼ਨ ਪੜ੍ਹ ਕੇ ਘਰੋਂ 20 ਰੁਪਏ ਲੈ ਕੇ ठीक है। ਅੱਗੇ ਦੁਕਾਨ ਆਈ ਉੱਥੇ ਚੀਜ਼ ਲੈਣ ਵੜੀ ਉਹਨਾਂ ਨੇ ਸ਼ਟਰ ਸੁੱਟ ਕੇ ਨਾਲ ਦੂਸਰੇ ਯਾਰ ਨੂੰ ਬੁਲਾ ਲਿਆ। ਉਹਨਾਂ ਜ਼ਿਆਦਤੀ ਕੀਤੀ ਹੈ ਮੇਰੀ ਬੇਟੀ ਨਾਲ। भाजी, ਉਹਨਾਂ ਦੇ ਨਾਲ ਕੋ ਪਹਿਲੇ ਤੁਹਾਡੀ ਕੋਈ ਜ਼ਾਤੀ ਰੰਜਿਸ਼ ਜਾਂ ਕੋਈ ਇਖਤਲਾਫ? ਸਾਡੀ ਕੋਈ ਉਹਨਾਂ ਨਾਲ ਲੈਣਾ ਦੇਣਾ ਨਹੀਂ, ਕੋਈ ਬਈ ਉਹੋ ਜੀ ਕੋਈ ਗੱਲਬਾਤ ਨਹੀਂ। ਜਿਹੜੇ ਲੜਕਿਆਂ ਨੇ ਹਰਕਤ ਕੀਤੀ ਉਹਨਾਂ ਦੀ ਉਮਰ ਕਿੰਨੀ? ਇੱਕ ਤੇ ਸ਼ਾਦੀशुदा ਜੇ ਉਹਦੇ 3 ਬੱਚੇ ਆ ਤੇ ਜਿਹੜਾ ਦੂਸਰਾ ਹਿੱਸਾ ਉਹਦੇ ਘਰ ਵਾਲਿਆਂ ਦੱਸਿਆ 22 ਸਾਲ ਉਹਦੀ ਉਮਰ ਹੈ। ਜਦੋਂ ਇਹ ਬੱਚੀ ਗਈ ਹੈ ਦੁਕਾਨ ਤੇ, ਉਹ ਦੂਸਰਾ ਕਿਸ ਤਰ੍ਹਾਂ ਆਇਆ? ਫੋਨ ਕਰਕੇ ਬੱਚੀ ਮੇਰੀ ਦੱਸਦੀ ਸੀ ਅੰਮੀ ਇੰਜ ਮੈਨੂੰ ਉਹਨਾਂ ਨੇ ਅੰਦਰ ਢੱਕਿਆ, ਦੂਸਰੇ ਮੁੰਡੇ ਨੂੰ ਅੰਦਰ ਵਾੜਿਆ ਸ਼ਟਰ ਚੁੱਕ ਕੇ, ਫਿਰ ਮੇਰੇ ਨਾਲ ਜ਼ਿਆਦਤੀ ਕੀਤੀ। ਮੈਂ ਚੀਕੀ ਆ, ਦਰਵਾਜ਼ਾ ਭੰਨਿਆ। ਅਸੀਂ ਬੜੇ ਪਰੇਸ਼ਾਨ ਹੈ। ਇੱਕ ਮੁਲਜ਼ਮ ਉਹਨਾਂ ਨੇ ਫੜਿਆ ਜੇ ਕੁਛ ਨਹੀਂ ਸਾਨੂੰ ਜੇ ਨਜ਼ਰ ਆਣ ਡਿਆ। ਭਾਜੀ, ਕੋਈ ਧਮਕੀਆਂ ਜਾਂ ਕੋਈ ਪੈਸੇ ਸਾਡੇ ਤੇ ਬਾਹਰੋਂ ਬੰਦਿਆਂ ਨੂੰ ਗੱਲਾਂ ਕਰਦੇ, ਕੋਈ ਆਂਦਾ 20 ਲੱਖ ਲੈ ਲਿਆ, ਕੋਈ ਕੁਛ, ਕੋਈ 10 ਲੱਖ ਕਨਾਣ ਡਿਆ, ਇਹਨਾਂ ਸੁਲਾਹ ਕਰ ਲਈ, ਇੰਜ ਕੀਤਾ ਇੰਜ। ਮੇਰੇ ਬਹਨੋਈ ਨੂੰ ਵੀ ਤੜੀਆਂ ਲਾਈਆਂ, ਤੁਸੀਂ ਸੁਲਾਹ ਨਾ ਕੀਤੀ ਤੇ ਤੁਹਾਡਾ ਹੀ ਖਾਨਦਾਨ ਖਤਮ ਕਰਦਾ ਨੇ, ਇੰਜ ਕਰਦਾ ਨੇ, ਤੁਹਾਨੂੰ ਇੱਥੇ ਰਹਿਣ ਨਹੀਂ ਦੇਣਾ। ਇਹ ਕਿੰਨੇ ਵਜੇ ਦਾ ਵਾਕਿਆ ਪਹਿਲੇ ਆ ਤੇ ਦੱਸੋ। 4 ਵਜੇ ਦਾ, ਬੱਚੀ 6 ਵਜੇ ਆਈ ਹੈ ਘਰ, ਫਿਰ ਵਾਪਸ 4 ਵਜੇ ਟਿਊਸ਼ਨੋਂ ਛੁੱਟੀ। ਅੱਛਾ, 2 ਘੰਟੇ ਉੱਥੇ ਹੀ ਰਹੀ? ਹਾਂਜੀ। ਤੇ ਪੁੱਛਿਆ ਹੀ ਮੈਂ, ਪੁੱਤਰ ਤੈਨੂੰ ਕੀ ਹੋਇਆ? ਇਹਨੇ ਮੈਨੂੰ ਸਾਰੀਆਂ ਪਹਿਲਾਂ ਤੇ ਦੱਸਦੀ ਨਹੀਂ ਹੈ ਤੇ ਫਿਰ ਮੈਨੂੰ ਰੋ ਕੇ ਦੱਸਿਆ ਮੰਮੀ ਮੇਰੇ ਨਾਲ ਇੰਜ ਜੋ ਲੜਕੀਆਂ ਨੇ ਕੀਤਾ। ਮੈਂ ਚਲੋ ਬੱਚੀ ਨੂੰ ਝਿੜਕਿਆ ਤੇ ਮੈਂ ਫਿਰ ਇਹਨੂੰ ਲੈ ਕੇ ਤੇ ਬਹਿ ਗਈ। ਫਿਰ ਮੈਂ ਚਲੋ ਹੁਣ ਇਹਦੇ ਬੁਆਨ ਦੇ ਘਰ ਤੇ ਫਿਰ ਕੋਈ ਗੱਲ ਕਰਨੀ ਹੈ ਨਾ। ਚਲੋ ਆਏ, ਦਿਹਾੜੀ ਲਾ ਕੇ ਬੈਠੇ ਅਸੀਂ, ਗੱਲ ਕਰਨ ਨਹੀਂ ਡੇ। ਤੇ ਉੱਤੋਂ ਮੇਰਾ ਭਾਈ ਆ ਗਈ। ਭਾਈ ਆਂਦਾ ਤੂੰ ਚੁੱਪ ਕਰ ਰਿਹਾ, ਮੈਨੂੰ ਸਾਰਾ ਹੀ ਪਤਾ ਲੱਗ ਗਿਆ ਜੋ ਉਹਨਾਂ ਨੇ ਕਰਤੂਤ ਘੋਲੀ। ਆਪੀ ਜਾਣੇ ਹੀ ਹੁਣੇ ਵੇਲੇ ਰੋਟੀ ਛੋਟੀ ਖਾ ਲੈਣੇ ਜਾਣ। ਮੇਰੇ ਭਾਈ ਵੀ ਗਏ, ਮੋਤਰੇ ਦੇ ਸੁਨਾਹ ਦੇ ਛੱਡ ਰਹੀ, ਇੰਜ ਕਰ ਲੋ ਇੰਜ ਕਰ ਲੋ। ਕੀ ਹੋ ਗਿਆ? ਦੁਕਾਨ ਵਾਲੇ ਦੇ ਪਿਓ ਨੇ ਆਖਿਆ। ਠੀਕ ਹੈ। ਮੇਰੇ ਭਾਈ ਨੂੰ ਤੜੀਆਂ ਲਾਈਆਂ। ਫਿਰ ਮੇਰੇ ਭਾਈ ਨੇ ਉਸੇ ਟਾਈਮ ਉੱਥੇ ਖਲੋ ਕੇ ਕਾਲ ਕੀਤੀ ਹੈ। ਠੀਕ ਹੈ। ਫਿਰ ਮਾਸ਼ਾਅੱਲਾ ਸਾਡੀ ਸੁਣੀ ਹੈ, ਥਾਣੇਦਾਰ ਆ ਗਏ, ਵੱਡੇ ਤੋਂ ਵੱਡੇ ਜਿਹੜੇ ਵੀ ਆ ਸੀ ਭਾਈ, ਅੱਲਾਹ ਤਾਲਾ ਉਹਨਾਂ ਨੂੰ ਤੰਦਰੁਸਤੀ ਦੇਵੇ। ਉਹਨਾਂ ਨੇ ਆ ਕੇ ਸਾਡੀ ਗੱਲ ਸੁਣੀ ਹੈ। 3 ਲੈ ਗਏ ਫੜ ਕੇ। ਅਸੀਂ ਵੀ ਗਏ, ਬਿਆਨ ਸ਼ਿਆਨ ਦਿੱਤੇ, ਚਲੋ ਜੀ ਠੀਕ ਹੀ। ਦੂਸਰੇ ਦਿਨ ਸ਼ਾਮ ਨੂੰ ਉਹਨਾਂ ਨੇ ਛੱਡ ਦਿੱਤਾ। ਫੜੇ ਦੋਵੇਂ ਹੀ ਗਏ ਸਨ? ਉਹਦੇ ਭਾਈ ਫੜਿਆ ਗਿਆ ਸੀ, ਉਹਦੇ ਅੱਬੂ ਹੀ, ਇੱਕ ਉਹਦੀ ਭੈਣ ਸੀ। ਇਹਨਾਂ ਤਿੰਨਾਂ ਨੂੰ ਫੜਿਆ ਸੀ। ਮਰੀਮ ਨਵਾਜ਼ ਸਾਹਿਬਾ ਲਈ ਤੁਸੀਂ ਕੀ ਪੈਗਾਮ ਦੋਗੇ? ਬਸ ਇਹੋ ਹੀ ਪੈਗਾਮ ਹੀ, ਤਰਲਾ ਹੀ, ਮਿੰਨਤਾਂ ਕਰਨ ਦੇ, ਮਰੀਮ ਨਵਾਜ਼ ਤੁਹਾਡੀ ਪਲੀਜ਼ ਸਾਡੀ ਸੁਣੋ, ਤੁਹਾਡੀ ਮਿਹਰਬਾਨੀ ਹੈ, ਗਰੀਬ ਲੋਕ ਹੈ, ਤੁਹਾਡੇ ਨਾਲ ਬੜੀ ਜ਼ਿਆਦਤੀ ਹੋਈ ਹੈ ਬਹੁਤ। ਅਸੀਂ ਬਾਹਰ ਫਿਰਨ ਜੋਗੇ ਨਹੀਂ ਹਾਂ, ਅਸੀਂ ਮਜਬੂਰ ਹੋ ਗਏ ਹੁਣ। ਬੱਚੀਆਂ ਦਾ ਘਰ ਹੀ ਮਾਸ਼ਾਅੱਲਾ 5-4 ਸਾਡੀਆਂ ਬੱਚੀਆਂ ਹੀ, ਅਸੀਂ ਕਿਸ ਤਰ੍ਹਾਂ ਹੁਣ ਜੀਏ ਤੇ ਕਿਸ ਤਰ੍ਹਾਂ ਰਹੀਏ। ਹਾਂ, ਮੈਂ ਵੀ ਮਾਂ ਹੀ, ਅੱਜ 10 ਦਿਨ ਹੋ ਗਏ ਬਰਦਾਸ਼ਤ ਕਰਨ ਡਈ ਹਾਂ। ਸਭਾ ਮੇਰੇ ਘਰ ਜਾਂਦੀ ਹੈ, ਰੋਜ਼ ਹੀ ਜਾਂਦੀ ਹੈ, ਤੇ ਉਸ ਦਿਨ ਵੀ 4 ਵਜੇ ਗਈ ਹੈ। ਤੇ ਸਭਾ ਮੇਰੇ ਘਰ ਦੇ ਰਿੰਦਿਆਂ ਨੇ ਨਹੀਂ ਪਹੁੰਚਣ ਦਿੱਤੀ। ਚੀਜ਼ ਲਈ ਹੈ, ਸਭਾ ਨੇ ਉਹ ਛੱਟ ਥੱਲੇ ਸੁੱਟ ਲਿਆ ਤੇ ਸਭਾ ਨੂੰ ਅੰਦਰ ਸੁੱਟ ਲਿਆ। ਠੀਕ ਹੈ। ਤੇ ਸਭਾ 6:30 ਦੇ ਕਰੀਬ ਘਰ ਆਈ ਹੈ ਤੇ ਮਾਂ ਨੇ ਪੁੱਛਿਆ ਕੀ ਹੋਇਆ? ਲੀਲੀ ਫਟਾ ਕੋਈ ਹੀ, ਕੱਪੜੇ ਵੀ ਫਟੇ ਹੀ ਇਹਦੇ। ਉਹ ਹੁਣ ਪੁਲਿਸ ਨੇ ਲੀਲੇ ਨੇ ਇਹਦੇ ਕੱਪੜੇ ਉਸ ਦਿਨ ਹੀ। ਬੜਾ ਬੁਰਾ ਹਾਲ ਸਾਡੀ ਬੱਚੀ ਦਾ। ਫਿਰ ਦੱਸਿਆ ਹੈ, ਬਹਿਨੋਈ ਮੇਰੇ ਆਏ ਨੇ, ਭਾਈ ਆਏ ਨੇ, ਉਹਨਾਂ ਨੇ ਪੁੱਛਿਆ ਕਿ ਗਏ ਨੇ, ਉਹਨਾਂ ਨੇ ਧਮਕੀਆਂ ਵਗੈਰਾ ਲਾਈਆਂ ਨੇ। ਤੇ ਫਿਰ ਭਾਈ ਮੇਰੇ ਨੇ 9 ਵਜੇ ਨਾਲ 155 'ਚ ਕਾਲ ਕੀਤੀ, ਪੁਲਿਸ ਆਈ ਹੈ, DPO ਸਾਹਿਬ ਵੀ ਆਏ ਨੇ, ਡਸਕੇ ਵਾਲੇ ਵੀ ਹਨ, ਸਾਰੇ ਇਕੱਠੇ ਹੋਏ ਨੇ, ਵੱਡੇ ਵੱਡੇ ਅਫਸਰ। ਉਹਦੀ ਭੈਣ ਨੂੰ, ਉਹਦੇ ਬਾਪ ਨੂੰ ਤੇ ਉਹਦੇ ਭਾਈ ਇੱਕ ਨੂੰ, ਵੱਡੇ ਨੂੰ ਬਾਹਰੋਂ ਆਇਆ ਸੀ, ਉਹਨੂੰ ਵੀ ਲੈ ਗਏ ਨੇ। ਠੀਕ ਹੈ। ਇੱਕ ਦਿਨ ਉਹਨਾਂ ਨੇ ਥਾਣੇ ਰੱਖਿਆ, ਦੂਸਰੇ ਦਿਨ ਉਹਨਾਂ ਨੇ ਛੱਡ ਛੜਿਆ। ਉਹ ਅਮੀਰ ਨੇ ਤੇ ਅਸੀਂ ਗਰੀਬ ਆ, ਤੇ ਸਾਡੇ ਮਰੀਮ ਨਵਾਜ਼ ਅਗੇ ਅਪੀਲ ਹੈ ਤੇ ਸਾਨੂੰ ਇਨਸਾਫ ਮਿਲਿਆ ਜਾਏ।